ਗ੍ਰਾਂਟ ਦੇ ਬਦਲੇ ਆਪਣੇ ਕਾਲਜਾਂ ਦੀ ਮਾਨਤਾ ਮੰਗੀ ਹੈ। ਕਿਹਾ ਹੈ ਕਿ ਹਰਿਆਣਾ ਗ੍ਰਾਂਟ ਦੇਣ ਨੂੰ ਤਿਆਰ ਹੈ। ਬਦਲੇ ਦੇ ਵਿੱਚ ਹਰਿਆਣਾ ਦੇ ਕਾਲਜਸ ਨੂੰ ਪੰਜਾਬ ਯੂਨੀਵਰਸਿਟੀ ਦੇ ਨਾਲ ਐਫੀਲੀਏਟ ਕੀਤਾ ਜਾਵੇ, ਉਹਨਾਂ ਨੂੰ ਮਾਨਤਾ ਦਿੱਤੀ ਜਾਵੇ। ਹਰਿਆਣਾ ਦੇ ਕਾਲਜਾਂ ਨੂੰ ਪੀਯੂ ਦੀ ਮਾਨਤਾ ਦਿੱਤੀ ਜਾਵੇ। ਮਨੋਹਰ ਲਾਲ ਦੇ ਵੱਲੋਂ ਮੀਟਿੰਗ ਦੇ ਵਿੱਚ ਗੱਲ ਰੱਖੀ ਗਈ। ਮਨੋਹਰ ਲਾਲ ਖੱਟਰ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਹੋਏ ਕਿਹਾ ਕਿ ਸੀਐਮ ਮਾਨ ਨੇ ਪੋਜ਼ਿਟਿਵ ਰੁਖ ਦਿਖਾਇਆ ਹੈ, ਇਸ ਦੇ ਲਈ ਵਕਤ ਮੰਗਿਆ ਹੈ। 5 ਜੂਨ ਨੂੰ ਬੈਠਕ ਦੁਬਾਰਾ ਸੱਦੀ ਗਈ ਹੈ। ਮੌਜੂਦਾ ਸਮੇਂ ਦੇ ਵਿੱਚ ਕੇਂਦਰ ਤੇ ਪੰਜਾਬ ਦੋਵੇਂ ਪੰਜਾਬ ਯੂਨੀਵਰਸਿਟੀ ਨੂੰ ਗ੍ਰਾਂਟ ਦਿੰਦੇ ਨੇ ਤੇ ਕੁੱਲ ਗ੍ਰਾਂਟ ਦਾ 80% ਹਿੱਸਾ ਕੇਂਦਰ ਦਿੰਦਾ ਹੈ। ਦੱਸ ਦਈਏ ਕਿ ਸਾਲ 1990 ਤੋਂ ਪਹਿਲਾਂ ਹਰਿਆਣਾ ਵੀ ਪੰਜਾਬ ਯੂਨੀਵਰਸਿਟੀ ਨੂੰ ਗ੍ਰਾਂਟ ਦਿੰਦਾ ਸੀ। ਜਿਸ ਵੇਲੇ ਯੂਨਾਈਟਿਡ ਪੰਜਾਬ ਸੀ ਉਸ ਵੇਲੇ ਪੰਜਾਬ ਯੂਨੀਵਰਸਿਟੀ ਹੀ ਇੱਕੋ ਇੱਕ ਯੂਨੀਵਰਸਿਟੀ ਸੀ ਤੇ ਸਾਰੇ ਹੀ ਕਾਲਜ ਭਾਵੇਂ ਹਿਮਾਚਲ ਦੇ ਹੋਣ ਭਾਵੇਂ ਹਰਿਆਣਾ ਦੇ ਹੋਣ ਉਹ ਪੰਜਾਬ ਯੂਨੀਵਰਸਿਟੀ ਦੇ ਨਾਲ ਐਫੀਲੀਏਟਡ ਸੀ। ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੀ ਮਾਨਤਾ ਪ੍ਰਾਪਤ ਸੀ। ਰੀਆਰਗੇਨਾਈਜੇਸ਼ਨ ਹੋਈ, ਹਿਮਾਚਲ ਸਭ ਤੋਂ ਪਹਿਲਾਂ ਅਲੱਗ ਹੋਇਆ, ਹਰਿਆਣਾ ਦੇ ਕਾਲਜਸ ਫਿਰ ਵੀ ਐਫੀਲੀਏਟਡ ਰਹੇ, ਹਰਿਆਣਾ ਗ੍ਰਾਂਟ ਦਿੰਦਾ ਰਿਹਾ। ਲੇਕਿਨ ਬੰਸੀ ਲਾਲ ਦੇ ਸਮੇਂ ਹਰਿਆਣਾ ਦੇ ਕਾਲਜਸ ਵੱਖ ਹੋ ਗਏ, ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਨਾਲ ਐਫੀਲੀਏਸ਼ਨ ਉਹਨਾਂ ਦੀ ਹੋ ਗਈ ਤਾਂ ਉਸ ਤੋਂ ਬਾਅਦ ਗ੍ਰਾਂਟ ਵੀ ਬੰਦ ਕਰ ਦਿੱਤੀ ਗਈ। ਤਾਂ ਹੁਣ ਫਿਰ ਤੋਂ ਇਹ ਮਸਲਾ ਉੱਠਿਆ ਹੈ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਵੀ ਇਹ ਮਸਲਾ ਉੱਠ ਚੁੱਕਿਆ ਹੈ, ਜਿੱਥੇ ਕਈ ਸੈਨੇਟਰਾਂ ਨੇ ਮੰਗ ਕੀਤੀ ਕਿ ਹਰਿਆਣਾ ਗ੍ਰਾਂਟ ਦੇਵੇਗਾ, ਹਰਿਆਣਾ ਦੇ ਕਾਲਜਸ ਨੂੰ ਵੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਜੇ ਹਿਮਾਚਲ ਵਾਲੇ ਚਾਹੁਣ ਤਾਂ ਹਿਮਾਚਲ ਦੇ ਕਾਲਜਸ ਨੂੰ ਵੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਬਹੁਤ ਸਾਰੇ ਸੈਨੇਟਰਸ ਇਸ ਦਾ ਵਿਰੋਧ ਵੀ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਹੁਣ ਚਰਚਾ ਹੋਈ ਹੈ। ਹਰਿਆਣਾ ਗ੍ਰਾਂਟ ਦੇਣ ਦੇ ਲਈ ਤਿਆਰ ਹੈ, ਕਹਿ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਹਰਿयाणा ਦੇ ਕਾਲਜਸ ਨੂੰ ਮਾਨਤਾ देवे। सभी विषय चर्चा हुई है, लेकिन फिर भी हमने आपस में दोबारा दूसरी मीटिंग करने के लिए 5 तारीख सवेरे 10 बजे का समय तय किया है। एक बार फिर बैठेंगे और बैठ करके मुझे आशा है कोई ना कोई स्वार्थपूर्ण वातावरण जैसे बात हुई है, कोई अच्छा निर्णय निकलेगा। ये विषय आपस में स्वार्थपूर्ण बातचीत करने के बाद मुझे लगता है कोई ना कोई एक अच्छा परिणाम निकलेगा। 5 तारीख को हम लोग और दोबारा से बैठेंगे और हमारे जो प्रशासक चंडीगढ़ एडमिनिस्ट्रेशन गवर्नर पंजाब उनकी अध्यक्षता में ये बैठक हुई है। मैंने बताया ये सारी चीजें 5 तारीख को दोबारा बैठेंगे तब पता लगेगा। पंजाब का कोई ऐसा विषय नहीं है कि कोई बंटवारा उसमें एफिलिएशन का है। सारे देश में बल्कि दुनिया में भी यूनिवर्सिटीज ऐसी हैं जो एफिलिएशन करने के लिए अपने आप को ओपन कर रही हैं। नेशनल एजुकेशन पॉलिसी जो है उसका भी एक अगर हम देखा जाए तो सिपरेट ये है कि देश में एक इंटीग्रिटी ऑफ द नेशन के नाते से यूनिवर्सिटीज को ओपन किया जाए। अगर कल को कोई सुझाव आता है हम भी हरियाणा की यूनिवर्सिटीज को कोई मांग करेगा ओपन करने के लिए तैयार रहेंगे। पंकज कपाही मेरे सहयोगी इस वेले फोन लाइन ते जुड़ चुके ने। पंकज, हरियाणा के मुख मंत्री ये कहते नजर आए ने कि मीटिंग हुई है, मीटिंग दे विच पंजाब के मुख मंत्री दा चंगा रुख रहा है, उन्होंने समा मंगिया है। पंजाब के मुख मंत्री दे नाल कोई गलबात हुई है, सीएम दे वल्लों की कुछ मीटिंग दे विच रखा गया, कोई इस नूं लैके कोई पता लग पाया? देखो 5 तरीक ਨੂੰ ਦੁਬਾਰਾ यानी कि 5 ਜੂਨ ਨੂੰ ਦੁਬਾਰਾ बैठक होएगी। उस दे विच डिटेल दे विच चर्चा जिहड़ी ਉਹ रहन वाली है, क्योंकि पंजाब इस बाबत जिक्र करता है कि ਅਸੀਂ पंजाब यूनिवर्सिटी ਨੂੰ ग्रांट ਦਿੱਤੇ हैं, ਅਸੀਂ डिले नहीं होण देवांगे। पुरानियां सरकारां दे वेले डिले ਹੁੰਦਾ ਰਿਹਾ ਵਾ ਤਾਂ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਦੇਵੇਗੀ। ਅਜਿਹੇ ਚ ਅਹਿਮ ਗੱਲ ਇਹ ਵੀ ਹੋ ਜਾਂਦੀ ਹੈ ਕਿ ਹਰਿਆਣਾ ਸਰਕਾਰ ਵੱਲੋਂ ਇਹ ਮੁੱਦਾ ਇਸ ਕਰਕੇ ਚੁੱਕਿਆ ਗਿਆ ਸੀਗਾ ਕਿ ਕੁਝ ਸਮਾਂ ਪਹਿਲਾਂ ਗ੍ਰਾਂਟ ਦਾ ਇਸ਼ੂ ਬਣਿਆ ਸੀਗਾ, ਗ੍ਰਾਂਟ ਲੇਟ ਹੋਈ ਸੀਗੀ ਔਰ ਕਿਉਂਕਿ ਹਰਿਆਣਾ ਦੇ ਸਟੂਡੈਂਟ ਵੀ ਪੜ੍ਹਦੇ ਨੇ, ਪੰਜਾਬ ਦੇ ਸਟੂਡੈਂਟ ਵੀ ਪੜ੍ਹਦੇ ਨੇ, ਹਿਮਾਚਲ ਦੇ ਸਟੂਡੈਂਟ ਵੀ ਪੜ੍ਹਦੇ ਨੇ ਤਾਂ ਇਹ ਮੁੱਦਾ ਉਸ ਵੇਲੇ ਭਖਦਾ ਹੋਇਆ ਨਜ਼ਰ ਆ ਰਿਹਾ ਵਾ। ਕਿਉਂਕਿ ਜਦੋਂ ਬੰਸੀ ਲਾਲ ਦੀ ਹਰਿਆਣਾ ਦੀ ਸਰਕਾਰ ਸੀਗੀ ਉਸ ਵੇਲੇ ਤੱਕ ਜਿਹੜਾ ਵਾ ਹਰਿਆਣਾ ਗ੍ਰਾਂਟ ਦਿੰਦਾ ਸੀ, ਲੇਕਿਨ ਬੰਸੀ ਲਾਲ ਹੋਰਾਂ ਨੇ ਮਨਾ ਕਰ ਦਿੱਤਾ ਸੀਗਾ ਕਿ ਸਾਡੇ ਕੋਲ ਆਪਣੀਆਂ ਯੂਨੀਵਰਸਿਟੀਆਂ ਨੇ, ਇਸ ਕਰਕੇ ਸਾਨੂੰ ਪੰਜਾਬ ਯੂਨੀਵਰਸਿਟੀ ਦੀ ਜ਼ਰੂਰਤ ਨਹੀਂ ਹੈ ਔਰ ਗ੍ਰਾਂਟ ਦੇਣ ਤੋਂ ਮਨਾ ਕਰ ਦਿੱਤਾ ਸੀ। ਬਿਲਕੁਲ ਇਸੇ ਦਾ ਅਸੀਂ ਇਸ ਤੋਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਹਰਿਆਣਾ ਦੇ ਕੋਲ ਜਦੋਂ ਆਪਣੀਆਂ ਯੂਨੀਵਰਸਿਟੀਆਂ ਆ ਗਈਆਂ ਤਾਂ ਆਪਣੇ ਜਿਹੜੇ ਕਾਲਜਸ ਨੇ ਹੁਣ ਉਹਨਾਂ ਯੂਨੀਵਰਸਿਟੀਆਂ ਦੇ ਨਾਲ ਐਫੀਲੀਏਟ ਕਰ ਲਏ ਗਏ। ਫਿਰ ਇਹ ਮੁੱਦਾ ਦੁਬਾਰਾ ਕਿਵੇਂ ਉੱਠਿਆ ਹੈ? ਬਿਲਕੁਲ ਅਰਸ਼, ਕਿਉਂਕਿ ਗ੍ਰਾਂਟ ਨੂੰ ਲੈ ਕੇ ਮੁੱਦਾ ਉੱਠਿਆ ਕਿਉਂਕਿ ਹਰਿਆਣਾ ਦੇ ਜਿਹੜੇ ਸਟੂਡੈਂਟਸ ਪੜ੍ਹਦੇ ਨੇ ਉਹਨਾਂ ਨੇ ਵੀ ਇਹ ਮਸਲਾ ਚੱਕਿਆ ਸੀਗਾ। ਇਹ ਮੁੱਦਾ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਯੂਨੀਅਨ ਦੇ ਵਿੱਚ ਵੀ ਇਹ ਕਾਫੀ ਮੁੱਦਾ ਕਾਫੀ ਚਰਚਾ ਦੇ ਵਿੱਚ ਰਿਹਾ ਸੀਗਾ। ਤਾਂ ਅਜਿਹੇ ਚ ਹੁਣ ਜਦੋਂ ਮਨੋਹਰ ਲਾਲ ਖੱਟਰ ਆ ਔਰ ਅਗਲੇ ਸਾਲ ਹਰਿਆਣੇ ਦੇ ਵਿੱਚ ਚੋਣਾਂ ਵੀ ਨੇ ਵਿਧਾਨ ਸਭਾ ਦੀਆਂ, ਉਸ ਤੋਂ ਪਹਿਲਾਂ ਇਹ ਮਸਲਾ ਕਿਉਂਕਿ ਅਮੂਮਨ ਇਹ ਦੇਖਿਆ ਜਾਂਦਾ ਹੈ ਕਿ ਪੰਜਾਬ 'ਚ ਚੋਣਾਂ ਹੋਣ, ਹਰਿਆਣੇ 'ਚ ਚੋਣਾਂ ਹੋਣ, ਉਸ ਵੇਲੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਅੜਿੱਕੇ ਨੇ, ਚਾਹੇ ਚੰਡੀਗੜ੍ਹ ਹੋਵੇ, ਚਾਹੇ SYL ਹੋਵੇ, ਚਾਹੇ ਵਿਧਾਨ ਸਭਾ ਦਾ ਜ਼ਿਕਰ ਹੋਵੇ, ਉਹ ਮੁੱਦੇ ਉੱਠਦੇ ਨੇ। ਤਾਂ ਇਸ ਵਾਰ ਯੂਨੀਵਰਸਿਟੀ ਦਾ ਇਹ ਮੁੱਦਾ ਬੇਹੱਦ ਉੱਠਿਆ ਵਾ ਔਰ ਆਫੀਸ਼ੀਅਲ ਤੌਰ ਤੇ ਇਸ ਵੇਲੇ CM
ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਹੈ ਪੰਜਾਬ ਦੇ ਵੱਲੋਂ। ਹਰਿਆਣਾ ਦੇ ਸੀਐਮ ਨੇ ਇਸ ਮੀਟਿੰਗ ਤੋਂ ਬਾਅਦ ਰੁਕ ਕੇ ਸਟੇਟਮੈਂਟ ਜਿਹੜੀ ਹੈ ਉਹ ਦਿੱਤੀ ਔਰ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਪੰਜਾਬ ਸੀਐਮ ਨੇ ਸਮਾਂ ਮੰਗਿਆ ਔਰ ਅਗਲੀ ਮੀਟਿੰਗ ਜਿਹੜੀ ਉਹ 5 ਤਰੀਕ ਨੂੰ ਹੋਏਗੀ, ਕਿਉਂਕਿ ਇਸ ਬੈਠਕ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ ਦੇ ਜਿਹੜੇ ਐਡਵਾਈਜ਼ਰ ਨੇ। ਫਿਲਹਾਲ ਲਈ ਸ਼ੁਕਰੀਆ। ਸਾਡੇ ਨਾਲ ਬੀਜੇਪੀ ਆਗੂ ਪ੍ਰਵੀਨ ਅਤਰੇ ਜੁੜੇ ਨੇ। ਪ੍ਰਵੀਨ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਹਰਿਆਣਾ ਨੇ ਫਿਰ ਤੋਂ ਇਹ ਮੰਗ ਚੁੱਕੀ ਹੈ ਕਿ ਹਰਿਆਣਾ ਦੇ ਕਾਲਜਸ ਪੰਜਾਬ ਯੂਨੀਵਰਸਿਟੀ ਦੇ ਨਾਲ ਐਫੀਲੀਏਟ ਹੋਣ। ਹਰਿਆਣਾ ਗ੍ਰਾਂਟ ਦੇਣ ਦੇ ਲਈ ਵੀ ਤਿਆਰ ਹੈ। ਉਸ ਵੇਲੇ ਹਰਿਆਣਾ ਦੇ ਕਾਲਜਸ ਵੱਖ ਹੋਏ ਸੀ, ਜਿਸ ਵੇਲੇ ਬੰਸੀ ਲਾਲ ਦੇ ਸਮੇਂ ਵੱਖ ਹੋਏ ਸੀ, ਉਸ ਵੇਲੇ ਗ੍ਰਾਂਟ ਵੀ ਬੰਦ ਕਰ ਦਿੱਤੀ ਗਈ ਸੀ ਤੇ ਇਹ ਕਿਹਾ ਗਿਆ ਸੀ ਕਿ ਸਾਡੇ ਕੋਲ ਆਪਣੀਆਂ ਯੂਨੀਵਰਸਿਟੀਜ਼ ਨੇ ਤਾਂ ਉੱਥੇ ਹੀ ਇਹ ਕਾਲਜਸ ਐਫੀਲੀਏਟ ਹੋਣਗੇ। ਫਿਰ ਇਹ ਮੰਗ ਦੁਬਾਰਾ ਕਿਵੇਂ ਆਉਂਦੀ ਹੈ ਤੇ ਅੱਜ ਦੀ मीटिंग ਨੂੰ ਲੈ ਕੇ अगर ਤੁਹਾਡੇ ਕੋਲ जानकारी है कि कुछ ਉੱਥੇ चर्चा हुई है? देखिए, ऐसा है, पहली बात तो ये है कि जो अभी आपके पत्रकार बात कर रहे थे कि जब भी चुनाव नजदीक होते हैं तो इस तरह के विषय जो है उठ जाते हैं। मेरा उनसे निवेदन है कम से कम इस विषय को चुनाव से जोड़ के ना देखें। और अगर हम इस दृष्टिकोण से देखेंगे तो हमारे देश में चुनाव लगातार होते ही रहते हैं। कभी निकाय चुनाव है, कभी पंचायत चुनाव है, कभी लोकसभा चुनाव है। ये तो एक सतत प्रक्रिया है। तो अगर हम चुनाव के दृष्टिकोण से बात करेंगे तो मुझे लगता है कि हम कोई काम ही नहीं कर पाएंगे। तो इसलिए इस एंगल से ना देखा जाए। हाँ, जो बात आपने कही है, देखिए ये बात ठीक है कि 90 तक पंजाब यूनिवर्सिटी के साथ हरियाणा के कॉलेजों की एफिलिएशन थी। तो उस वक्त के मुख्यमंत्री बंसी लाल जी के समय पे जो निर्णय हुए, मुझे लगता है कि अब उस विषय पे बात ना की जाए तो ज्यादा बेहतर है, क्योंकि उस वक्त की क्या परिस्थितियां थी, किन परिस्थितियों के अधीन होकर बंसी लाल जी ने निर्णय लिया। तो इसमें अगर हम जाएंगे तो बहुत लंबी चर्चा हो जाएगी। लेकिन आज की परिस्थिति ये है कि पंजाब यूनिवर्सिटी की सेनेट में भी ये मांग उठ चुकी है। पहले बहुत से सेनेटर्स इस बारे में बात कर चुके हैं। जिस तरह से ग्रांट का विषय पंजाब यूनिवर्सिटी में बना रहता है, फंड की कमी का विषय बना रहता है। तो हरियाणा सरकार ने जिस तरह से पहले हरियाणा के कॉलेज एफिलिएट थे पंजाब यूनिवर्सिटी के साथ, हमारा केवल ये कहना है कि हमारे कॉलेज को एफिलिएशन मिल जाए और हम आर्थिक दृष्टि से जो समस्या पंजाब यूनिवर्सिटी में रहती है उसमें हम अपना सहयोग दें, इससे हमें कोई इनकार नहीं। और आज तो जिस तरह से राष्ट्रीय एजुकेशन पॉलिसी, जो राष्ट्रीय शिक्षा नीति आई है और जिसका उद्देश्य ये है कि पूरे देश के अंदर शिक्षा के प्रचार प्रसार से युवाओं को आगे बढ़ने का अवसर मिले, तो ये अगर पंजाब यूनिवर्सिटी में हरियाणा के कॉलेज की एफिलिएशन होती है, मुझे लगता है राष्ट्रीय एजुकेशन पॉलिसी का जो मोटो है उसमें भी कामयाबी मिलेगी। और अब तो ऐसे बहुत से यूनिवर्सिटीज हैं, बहुत से हम विदेशी यूनिवर्सिटीज को भी जानते हैं जो अपनी एफिलिएशन ओपन करती है। हिंदुस्तान के कुछ कॉलेजेस आज भी कुछ विदेशी यूनिवर्सिटियों के साथ एफिलिएटेड है। और तो मुझे लगता है कि धीरे धीरे राष्ट्रीय स्तर पे सभी यूनिवर्सिटीज को अपनी एफिलिएशन ओपन करनी चाहिए, जिससे कि देश के युवाओं को एक बेहतर शिक्षा और एक अच्छे मौके मिल सके। जी प्रवीण जी, इसी को लेकर एक और भी सवाल है। जैसे आपने कहा कि सेनेट में भी मांग उठी है, इसके बारे में भी हम चर्चा कर रहे थे कि सेनेट में कई मेंबर्स ने ये बात रखी कि हरियाणा अगर चाहे तो हिमाचल के कॉलेजेस को भी एफिलिएशन मिले। लेकिन साथ ही साथ ग्रांट का जो इशू है उसको लेकर तो मांग ये भी उठती रही है कि पंजाब यूनिवर्सिटी को हेरिटेज यूनिवर्सिटी का स्टेटस दिया जाए, यानी कि सेंटर इसकी पूरी जिम्मेदारी उठाए, फिर किसी स्टेट को ग्रांट देने की जरूरत ही नहीं। देखिए, जैसे अभी अगली बैठक जो है 5 जून को प्रस्तावित है। 5 जून को दोबारा से ये बैठक होगी। बहुत से बिंदु ऐसे हैं जिन बिंदुओं पे अभी चर्चा होनी बाकी है, जिसमें से एक बिंदु का आपने अभी जिक्र किया। ये एक ऐसा विषय आज की बैठक में तो इसका कोई चर्चा इस पे नहीं हुई है, लेकिन अगर आगामी बैठक में इस बिंदु पे कोई चर्चा होती है तो वहां पे भी हरियाणा जो है वो अपना पक्ष और अपने विचार रखेगा, क्योंकि हमारा उद्देश्य केवल एक है, हरियाणा के युवाओं को बेहतर मौके मिलना, बेहतर शिक्षा मिलना और देश का युवा तरक्की करे, यही हमारा मोटो है। और उसके लिए जो भी बेहतर कदम होंगे, जो भी बेहतर काम करने होंगे, वो करने के लिए हरियाणा सरकार हमेशा तैयार है। अच्छा, ये एक पॉलिटिकल इशू भी बनता रहा है, चाहे पंकज उसका जिक्र किसी और तरीके से कर रहे थे, लेकिन ये हमेशा पॉलिटिकल इशू बनता रहा है कि ये पंजाब यूनिवर्सिटी की पंजाब की यूनिवर्सिटी है, पंजाब यूनिवर्सिटी, तो इसमें किसी और स्टेट को हिस्सा नहीं जाना चाहिए या सेंटर का भी उस तरीके से दखल नहीं होना चाहिए। इस पर क्या कहना चाहेंगे? देखिए, पहली बात तो ये है कि पंजाब की यूनिवर्सिटीज नहीं है, ये केंद्र की यूनिवर्सिटी। हाँ, नाम इसका पंजाब विश्वविद्यालय है, तो इस दृष्टिकोण से अगर हम बात कर रहे हैं तो मुझे लगता है कि रिकॉर्ड के अंदर इसका जो दर्जा है वो तो वही रहेगा जो रिकॉर्ड में है, उसको हम ना तो बदल सकते हैं। हाँ, जो राजनीति का आपने बात की, देखिए हम हरियाणा में हमारे कहते हैं कि बहुत से लोग कड़ी बिगाड़ होते हैं या विघन संतोषी किस्म के लोग होते हैं, जिनको किसी ना किसी मुद्दे पे राजनीति करनी होती है। लेकिन हर व्यक्ति ऐसा नहीं होता, हर व्यक्ति का दृष्टिकोण ऐसा नहीं होता। हरियाणा में भी, पंजाब में भी, चाहे अपोजिशन की बात करें,
बहुत से लोग ऐसे हैं जो युवाओं के बेहतर एजुकेशन के लिए, मुझे लगता है कि इस विषय पर कोई राजनीति नहीं करेंगे, ऐसा मेरा मानना है। लेकिन अगर कोई राजनीति करने का प्रयास करेगा तो ये फिर लोकतंत्र है, डेमोक्रेसी है, इसमें जनता ऐसे लोगों को अपने आप पहचान कर लेती है। और तो हरियाणा की तरफ से ये कोई पॉलिटिकल डिसीजन नहीं है, आप ये कह रहे हैं कि हम ग्रांट देना चाहते हैं? जी 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 जी, दिस इज नॉट ए पॉलिटिकल डिसीजन, ये केवल हमारे युवाओं की बेहतरी के लिए हमारा एक विचार और एक निर्णय है। जी, शुक्रिया प्रवीण अत्रे जी जुड़ने के लिए। तो भाजपा के आगू जुड़े प्रवीण अत्रे हरियाणा तो वो कह रहे हैं कि हरियाणा ਇਹ ਸਮੱਸਿਆ ਜਿਹੜੀ ਹੈ ਇਹ ਸੈਨੇਟ ਦੇ ਵਿੱਚ ਵੀ ਉੱਠੀ ਸੀ ਕਿ ਸਾਨੂੰ ਗ੍ਰਾਂਟ ਚਾਹੀਦੀ ਹੈ ਜਾਂ ਗ੍ਰਾਂਟ ਦੀ ਸਮੱਸਿਆ ਆਉਂਦੀ ਹੈ, ਇਸ ਕਰਕੇ ਹਰਿਆਣਾ ਚਾਹੁੰਦਾ ਹੈ ਕਿ ਜੇ ਸਾਡੇ ਕਾਲਜਸ ਨੂੰ ਮਾਨਤਾ ਦੇ ਦਿੱਤੀ ਜਾਵੇ ਤਾਂ ਫਿਰ ਅਸੀਂ ਗ੍ਰਾਂਟ ਦੇਣ ਦੇ ਲਈ ਤਿਆਰ ਹਾਂ। ਹੋਰ ਕੋਈ ਰਾਜਨੀਤਿਕ ਮੰਤਵ ਨਹੀਂ ਹੈ। ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਦੋਵੇਂ ਮੁੱਖ ਮੰਤਰੀਆਂ ਦੀ ਬੈਠਕ ਹੋਈ ਹੈ। ਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਮਾਨਤਾ ਦੇ ਦਿੱਤੀ ਜਾਵੇ ਹਰਿਆਣਾ ਦੇ ਕਾਲਜਸ ਨੂੰ ਤਾਂ ਅਸੀਂ ਗ੍ਰਾਂਟ ਦੇਣ ਦੇ ਲਈ ਤਿਆਰ ਹਾਂ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਚੰਗਾ ਰੁਖ ਰਿਹਾ ਹੈ, ਲੇਕਿਨ ਉਹਨਾਂ ਨੇ ਇਸ ਦੇ ਲਈ ਸਮਾਂ ਮੰਗਿਆ ਹੈ। ਹੁਣ 5 ਜੂਨ ਨੂੰ ਦੁਬਾਰਾ ਬੈਠਕ ਸੱਦੀ ਗਈ ਹੈ।